ਗੁਰੂ ਪਿਆਰਿਓ, ਮਹਾਂਪੁਰਖਾਂ ਦਾ ਜੀਵਨ, ਉਹਨਾਂ ਦੇ ਬਚਨ ਬੜੇ ਕੀਮਤੀ ਹੁੰਦੇ ਆ। ਇੱਕ ਵਾਰ ਦੀ ਗੱਲ ਹੈ, ਕੋਈ 26-27 ਸਾਲ ਦਾ ਨੌਜਵਾਨ ਬਾਬਾ ਨੰਦ ਸਿੰਘ ਜੀ ਦੇ ਕੋਲ ਆਇਆ। ਕਹਿਣ ਲੱਗਾ, ਜੀ ਮੈਂ ਸੁਣਿਆ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ। ਬਾਬਾ ਜੀ ਨੇ ਨਾ ਤਾਂ ਨਾ ਕੀਤੀ ਅਤੇ ਨਾ ਹੀ ਹਾਂ। ਸੋਚਿਆ ਜੇ ਕਹਿੰਦੇ ਆ ਵੀ ਕੀਤੇ ਆ ਤਾਂ ਹਉਮੈ ਹੁੰਦੀ ਆ, ਜੇ ਕਹਿੰਦੇ ਆ ਤੇ ਨਹੀਂ ਕੀਤੇ ਤਾਂ ਝੂਠ ਆ। ਕਹਿਣ ਲੱਗੇ, ਤੂੰ ਭਾਈ ਕਿਉਂ ਪੁੱਛ ਰਿਹਾ? ਨੌਜਵਾਨ ਕਹਿਣ ਲੱਗਾ, ਇਸ ਲਈ ਪੁੱਛ ਰਿਹਾ ਜੇ ਤੁਸੀਂ ਕੀਤੇ ਆ ਤੇ ਮੈਨੂੰ ਵੀ ਕਰਵਾ ਦਿਓ। ਬਾਬਾ ਜੀ ਕਹਿਣ ਲੱਗੇ, ਕਿੰਨੀਆਂ ਪੜ੍ਹਿਆ? ਕਹਿੰਦਾ, ਜੀ MA ਪੜ੍ਹਿਆ, ਵੀ ਇੰਨੀ ਵਿੱਦਿਆ ਮੈਂ ਪੜ੍ਹੀ ਆ। ਬਾਬਾ ਜੀ ਕਹਿੰਦੇ, ਅਸੀਂ ਤਾਂ ਭਾਈ ਸਿਰਫ 5 ਅੱਖਰ ਹੀ ਪੜ੍ਹੇ ਆ, ਕਿਉਂਕਿ ਸੰਤ ਵਧਾਵਾ ਸਿੰਘ ਜੀ ਹੋਏ ਆ ਬਾਬਾ ਨੰਦ ਸਿੰਘ ਜੀ ਦੇ ਵਿੱਦਿਆ ਗੁਰੂ। ਉਹਨਾਂ ਨਾ ਫੱਟੀ ਲਈ ਸੀ ਨਾ ਸਲੇਟ, ਮਿੱਟੀ 'ਤੇ ਵਾਹਿਆ ਸੀ ਊੜੇ ਤੋਂ ਲੈ ਕੇ ਹਾਹੇ ਤੱਕ। ਊੜਾ ਆੜਾ ਈੜੀ ਸੱਸਾ ਹਾਹਾ, ਤੇ ਅੱਗੋਂ ਕਹਿ ਦਿੱਤਾ ਕੱਟਿਆ ਜਮਕਾ ਫਾਹਾ, ਤੇ ਕਿਹਾ ਤੇਰੇ ਲਈ ਇੰਨੇ ਕਾਫੀ ਆ। ਇੱਥੇ ਇਹ ਨਾ ਸਮਝ ਲੈਣਾ ਕਿ ਮਹਾਂਪੁਰਖ ਅਨਪੜ੍ਹ ਸਨ। ਦੁਨਿਆਵੀ ਪੜ੍ਹਾਈ ਇੱਥੋਂ ਤੱਕ ਸੀ। ਬਾਣੀ ਦੀ ਮਰਿਆਦਾ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਵਿੱਚ ਜੋ ਬਰੀਕੀਆਂ ਮਹਾਂਪੁਰਖਾਂ ਨੇ ਕੱਢੀਆਂ, ਉਹ ਆਮ ਆਦਮੀ ਦੀ ਸੋਚ ਤੋਂ ਵੀ ਪਰੇ ਆ। ਜਿੱਥੇ ਦੁਨਿਆਵੀ ਪੜ੍ਹਾਈ ਖਤਮ ਹੁੰਦੀ ਆ, ਉੱਥੇ ਗੁਰੂ ਨਾਨਕ ਜੀ ਦੇ ਘਰ ਦੀ ਕੱਚੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਜਿਵੇਂ ਆਪਾਂ ਕਹਿੰਦੇ ਕੱਚੀ ਕਲਾਸ ਆ ਨਾ, ਇਸੇ ਤਰ੍ਹਾਂ। ਇਸ ਕਰਕੇ ਇੱਕ ਵਿਦਵਾਨ ਅਤੇ ਮਹਾਂਪੁਰਖਾਂ ਵਿੱਚ ਬੜਾ ਫਰਕ ਆ। ਬਾਬਾ ਜੀ ਕਹਿਣ ਲੱਗੇ, ਭਾਈ ਤੂੰ MA ਪੜ੍ਹਿਆ, ਅਸੀਂ ਤਾਂ ਕੱਚੀ ਵੀ ਜਮਾਤ ਕੋਈ ਪੜ੍ਹੇ ਨਹੀਂ। ਤੂੰ ਇੰਝ ਕਰ, ਸਾਨੂੰ ਬੈਠੇ ਬੈਠੇ MA ਕਰਵਾ ਦੇ, ਅਸੀਂ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਵਾ ਦਿੰਦੇ ਹਾਂ। ਕਹਿਣ ਲੱਗਾ, ਜੀ ਇੱਥੇ MA ਬੈਠੇ ਬੈਠੇ ਕਿਵੇਂ ਹੋ ਸਕਦੀ ਆ? ਇਹਦੇ ਲਈ ਤਾਂ ਮਿਹਨਤ ਕਰਨੀ ਪੈਂਦੀ ਆ, ਬਾਕੀ ਕਲਾਸਾਂ ਪਾਸ ਕਰਨੀਆਂ ਪੈਂਦੀਆਂ ਨੇ, ਫੇਰ ਕਿਤੇ ਜਾ ਕੇ MA ਹੁੰਦੀ ਆ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਤੇ ਇਸ ਤਰ੍ਹਾਂ ਹੀ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਵੀ ਇੱਦਾਂ ਜਲਦਬਾਜ਼ੀ ਵਿੱਚ ਇੱਕਦਮ ਨਹੀਂ ਹੁੰਦੇ। ਉਹਦੇ ਲਈ ਵੀ ਘਾਲਣੀ ਪੈਂਦੀ ਆ, ਉਦਮ ਕਰਨੇ ਪੈਂਦੇ ਆ। ਕਹਿਣ ਦਾ ਭਾਵ ਵੀ ਮਹਾਂਪੁਰਖ ਇੰਨੇ ਹਾਜ਼ਰ ਜਵਾਬ ਸੀਗੇ। ਉਹ ਨੌਜਵਾਨ ਨੂੰ ਇਵੇਂ ਉੱਤਰ ਦਿੱਤਾ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਤੇ ਐਵੇਂ ਕੋਈ ਸੌਖਾ ਰਾਹ ਕਹਿਣ ਲੱਗਾ, ਮਹਾਰਾਜ ਮੈਨੂੰ ਦੇ ਦਿਓ। ਮਹਾਂਪੁਰਖੋ ਤੁਸੀਂ ਰੱਬ ਦੇ ਪਿਆਰੇ ਹੋ, ਜਿਹਦੇ ਕਰਕੇ ਮੇਰੀ ਅਵਸਥਾ ਬਣ ਜਾਵੇ, ਕਿਰਪਾ ਹੋ ਜਾਵੇ। ਅਸੀਂ ਇਹ ਸਾਰੇ ਹੀ ਜਾਣਦੇ ਹਾਂ, ਸਮਝਦੇ ਹਾਂ ਇਹਨਾਂ ਗੱਲਾਂ ਨੂੰ। ਕੁਝ ਉਦਾਹਰਨਾਂ ਰਾਹੀਂ ਵੀ ਸਮਝ ਲੈਂਦੇ ਹਾਂ ਕਿ ਪੌੜੀਆਂ ਚੜ੍ਹੇ ਤੋਂ ਬਿਨਾਂ ਮੰਜ਼ਿਲ ਨਹੀਂ ਮਿਲਦੀ ਹੁੰਦੀ। ਦੁਆਪਰ ਯੁੱਗ ਦੇ ਵਿੱਚ ਅਵਤਾਰ ਹੋਏ ਆ ਸ਼੍ਰੀ ਕ੍ਰਿਸ਼ਨ ਜੀ। ਉਹਨਾਂ ਨੇ ਇੱਕ ਕੀੜੇ ਦੀ ਮਿਸਾਲ ਦਿੱਤੀ ਸੀ। ਕਹਿੰਦੇ ਆਪਣੇ ਘਰਾਂ ਵਿੱਚ ਕਈ ਵਾਰੀ ਦੇਖੋ, ਇੱਕ ਕੀੜਾ ਕੰਧ 'ਤੇ ਕਿੰਨੀ ਵਾਰੀ ਚੜ੍ਹਨ ਦਾ ਯਤਨ ਕਰਦਾ ਅਤੇ ਡਿੱਗਦਾ, ਫਿਰ ਚੜ੍ਹਨ ਦਾ ਯਤਨ ਕਰਦਾ। ਕਈ ਵਾਰੀ ਜਿੱਥੇ ਹੱਥ ਧੋਂਦੇ ਹਾਂ ਅਤੇ ਜਾਂ ਕੁਝ ਇਹੋ ਜਿਹੀਆਂ ਥਾਵਾਂ ਜਿੱਥੇ ਤਿਲਕਣ ਹੋਵੇ, ਉੱਥੇ ਕੀੜਾ ਚੜ੍ਹਦਾ ਡਿੱਗਦਾ, ਫਿਰ ਚੜ੍ਹਦਾ, ਫਿਰ ਡਿੱਗਦਾ, ਅਤੇ 10 ਵਾਰੀ ਡਿੱਗਦਾ, 15 ਵਾਰੀ ਡਿੱਗਦਾ, 20 ਵਾਰੀ, ਪਰ 21ਵੀਂ ਵਾਰੀ ਚੜ੍ਹਨ ਵਿੱਚ ਸਫਲ ਹੋ ਜਾਂਦਾ। ਕੀੜੇ ਤੋਂ ਹੀ ਸਬਕ ਲੈ ਲਓ, ਯਤਨ ਜਾਰੀ ਰੱਖਣਾ, ਇੱਕ ਦਿਨ ਜ਼ਰੂਰ ਆਵੇਗਾ। ਇੱਕਦਮ ਅਵਸਥਾ ਨਹੀਂ ਬਣਦੀ ਹੁੰਦੀ, ਪਰ ਹੌਲੀ ਹੌਲੀ ਬਣ ਜਾਂਦੀ ਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਏ, ਜੋ ਕਿ ਰਸ ਨਾਲ ਭਰੇ ਜੀਵਨ ਦਾ ਆਨੰਦ ਹਰ ਸਮੇਂ ਮਾਣਦੇ ਸੀ। ਬੜੀ ਹਲੀਮੀ ਵਾਲੇ ਕਵੀ, ਸੰਤ ਕਵੀ, ਬੰਦਗੀ ਵਾਲੀ ਰੂਹ ਸਨ। ਉਹਨਾਂ ਨੂੰ ਕੁਝ ਪ੍ਰੇਮੀਆਂ ਨੇ ਪੁੱਛਿਆ ਵੀ ਭਾਈ ਸਾਹਿਬ, ਇਹ ਵਾਹਿਗੁਰੂ ਵਾਹਿਗੁਰੂ ਜਾਪ ਕਰੀਦਾ, ਰਸ ਨਹੀਂ ਆਉਂਦਾ। ਉੱਤਰ ਵਿੱਚ ਭਾਈ ਸਾਹਿਬ ਨੇ ਬੇਨਤੀ ਕੀਤੀ, ਪਿਆਰਿਓ ਇਹ ਸਹਿਜ ਦਾ ਮਾਰਗ ਆ। ਸਹਿਜ ਭਾਵ ਹੌਲੀ ਹੌਲੀ, ਸਬਰ ਨਾਲ। ਇਹ ਅਵਸਥਾ ਇੱਕਦਮ ਨਹੀਂ ਮਿਲਦੀ। ਗੁਰੂ ਅਮਰਦਾਸ ਜੀ ਵੀ ਇਹੀ ਮੋਹਰ ਲਾਉਂਦੇ ਆ, ਜੇ ਜੀਵਨ ਵਿੱਚ ਆਨੰਦ ਆ ਗਿਆ, ਸੱਚੇ ਗੁਰੂ ਦਾ ਮਿਲਾਪ ਹੋ ਗਿਆ। ਪਰ ਇਹ ਮਿਲਾਪ ਹੋਇਆ ਕਿਵੇਂ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੁਸੀਂ ਬਹੁਤ ਵਾਰੀ ਇਹ ਪੰਗਤੀਆਂ ਸਰਵਣ ਵੀ ਕੀਤੀਆਂ ਰਾਗੀ ਸਿੰਘਾਂ ਪਾਸੋਂ, ਅਤੇ ਆਪਣੀਆਂ ਵੀ ਹੋਣਗੀਆਂ। ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆ। ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਇਹ ਸਹਿਜ ਦਾ ਮਾਰਗ ਆ। ਦੇਖੋ ਜੀ, ਜਿਵੇਂ ਜੰਗ ਦੇ ਮੈਦਾਨ ਵਿੱਚ ਫੌਜੀ ਦੁਸ਼ਮਣ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰਦਾ, ਫਿਰ ਫੌਜੀ ਨੂੰ ਆਨੰਦ ਆਉਂਦਾ ਨਾ। ਜੀਵਨ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ
ਕਈ ਵੈਰੀ ਆ। ਇਹਨਾਂ ਵੈਰੀਆਂ ਦੇ ਨਾਲ ਹੋਰ ਵੀ ਬਹੁਤ ਸਾਰੇ, ਈਰਖਾ, ਨਿੰਦਿਆ, ਚੁਗਲੀ। ਜਦੋਂ ਤੱਕ ਇਹਨਾਂ ਨਾਲ ਜੰਗ ਆ, ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਉਦੋਂ ਤੱਕ ਰਸ ਕਿੱਥੇ ਆਵੇਗਾ। ਵਾਹਿਗੁਰੂ ਵਾਹਿਗੁਰੂ ਰੂਪੀ ਗੋਲੇ ਰਸਨਾ ਅਤੇ ਮਨ ਰੂਪੀ ਤੋਪ ਵਿੱਚੋਂ ਚਲਾ ਕੇ ਦੁਸ਼ਮਣਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਸਵਾਸ ਸਵਾਸ ਸਿਮਰਨ ਕਰਨ ਦੇ ਨਾਲ ਰਸ ਦੀ ਪ੍ਰਾਪਤੀ ਹੁੰਦੀ ਆ। ਇਸ ਕਰਕੇ ਬਾਬਾ ਆਨੰਦ ਸਿੰਘ ਜੀ ਕੋਲ ਜਿਹੜਾ ਨੌਜਵਾਨ ਆਇਆ ਸੀ, ਕਹਿਣ ਲੱਗੇ, ਭਾਈ ਜੇ ਤੂੰ ਚਾਹੁੰਦਾ ਵੀ ਅੱਜੇ ਹੀ ਅਵਸਥਾ ਬਣ ਜੇ, ਹੁਣੇ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਵਾ ਦਈਏ, ਇਹ ਹੋ ਨਹੀਂ ਸਕਦਾ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇੱਕਦਮ ਨਹੀਂ ਹੁੰਦੀਆਂ, ਇਹਨਾਂ ਨੂੰ ਸਮਾਂ ਲੱਗਦਾ। ਬੰਦੇ ਦੇ ਸੁਭਾਅ ਵਿੱਚ ਕਾਹਲੀ ਆ ਵੀ ਮੈਂ ਆਪ ਉਦਮ ਨਾ ਕਰਾਂ, ਮਸ਼ੱਕਤ ਨਾ ਕਰਾਂ, ਬੈਠੇ ਬਿਠਾਏ ਨੂੰ ਮੈਨੂੰ ਕੁਝ ਵੀ ਮਿਲ ਜੇ, ਪਰ ਅਜਿਹਾ ਤਾਂ ਕੁਝ ਵੀ ਨਹੀਂ ਹੁੰਦਾ। ਮਿਹਨਤ ਤਾਂ ਕਰਨੀ ਹੀ ਪੈਂਦੀ ਆ। ਇੱਕ ਰਾਜਾ ਸੀ ਕੋਈ, ਛੋਟੀ ਜੀ ਕਹਾਣੀ ਸੁਣੋ ਜੀ, ਬੜਾ ਸਮਝ ਆਵੇਗਾ ਆਪ ਜੀ ਨੂੰ। ਅਤੇ ਉਹ ਨਾ ਕੁਝ ਵੱਧ ਖਾਣ ਲੱਗ ਗਿਆ। ਵੀ ਕਈ ਲੋਕਾਂ ਦਾ ਸੁਭਾਅ ਹੁੰਦਾ ਵੀ ਉਹ 2-3 ਵਾਰੀ 4 ਵਾਰੀ ਵੀ ਭੋਜਨ ਕਰ ਲੈਂਦੇ ਆ ਦਿਨ ਵਿੱਚ, ਵੱਧ ਖਾਂਦੇ ਆ। ਨਾਲੇ ਖਾਣ ਕਰਕੇ ਜਦੋਂ ਮੋਟਾ ਹੋ ਗਿਆ ਅਤੇ ਮੋਟਾਪੇ ਤੋਂ ਬਿਮਾਰੀਆਂ ਬਹੁਤ ਲੱਗਦੀਆਂ ਨੇ, ਬਿਮਾਰ ਹੋ ਗਿਆ। ਅਤੇ ਉਹਦੇ ਜਿਹੜੇ ਡਾਕਟਰ ਸੀਗੇ, ਵੈਦ ਸੀ, ਉਹਨਾਂ ਨੇ ਉਹਨੂੰ ਘੱਟ ਖਾਣ ਦੀ ਸਲਾਹ ਦਿੱਤੀ, ਜਿਹਦੇ ਕਰਕੇ ਉਹਨਾਂ ਨਾਲ ਗੁੱਸੇ ਹੋ ਗਿਆ। ਉਹਨੇ ਐਲਾਨ ਕੀਤਾ ਵੀ ਜੇ ਕੋਈ ਵੀ ਉਹਦਾ ਸਹੀ ਇਲਾਜ ਕਰ ਦੇਗਾ, ਉਹਨੂੰ ਇਨਾਮ ਦਿੱਤਾ ਜਾਊਗਾ। ਨਾਲ ਹੀ ਇੱਕ ਸ਼ਰਤ ਰੱਖੀ, ਜਿਹੜੇ ਇੰਜ ਕਰਨ ਤੋਂ ਨਾਕਾਮ ਰਹਿਣਗੇ, ਅਸਫਲ ਰਹਿਣਗੇ, ਉਹਨਾਂ ਦੇ ਸਿਰ ਜਿਹੜੇ ਆ ਕਲਮ ਕਰ ਦਿੱਤੇ ਜਾਣਗੇ। ਉੱਥੇ ਰਹਿੰਦਾ ਸੀ ਇੱਕ ਜੋਤਸ਼ੀ। ਉਹਨੇ ਭਵਿੱਖਬਾਣੀ ਕੀਤੀ ਕਿ ਰਾਜੇ ਕੋਲ ਹੁਣ ਜਿਉਣ ਲਈ ਸਿਰਫ 1 ਮਹੀਨਾ ਹੀ ਬਚਿਆ। ਜਦੋਂ ਰਾਜੇ ਨੇ ਗੱਲ ਸੁਣੀ ਆ, ਸੁਣ ਕੇ ਬਹੁਤ ਡਰ ਗਿਆ, ਕਿਉਂਕਿ ਮੌਤ ਯਾਦ ਆਉਣ ਲੱਗ ਗਈ, ਪਰੇਸ਼ਾਨ ਰਹਿਣ ਲੱਗ ਗਿਆ। ਉਹ ਜੋਤਸ਼ੀ ਨੂੰ 1 ਮਹੀਨੇ ਲਈ ਜੇਲ੍ਹ ਵਿੱਚ ਭੇਜਿਆ ਗਿਆ, ਵੀ ਤਾਂ ਜੋ ਇਹ ਉਹਦੀ ਭਵਿੱਖਬਾਣੀ ਦੀ ਪਰਖ ਹੋ ਸਕੇ, ਵੀ ਕਿਤੇ ਐਵੇਂ ਤਾਂ ਨਹੀਂ ਬੋਲੀ ਜਾਂਦਾ। ਰਾਜਾ ਇੰਨਾ ਜ਼ਿਆਦਾ ਡਰਿਆ ਸੀ, ਡਰ ਦੇ ਕਰਕੇ ਭੁੱਖ ਵੀ ਮਰ ਗਈ। ਅਗਲੇ ਮਹੀਨੇ ਉਹਦਾ ਵਜ਼ਨ ਵੀ ਘਟ ਗਿਆ। ਜਦੋਂ ਉਹਨੇ ਜੋਤਸ਼ੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ, ਪੇਸ਼ੀ ਹੋਈ ਆ। ਪੇਸ਼ੀ ਦੇ ਦੌਰਾਨ ਫਿਰ ਰਾਜਾ ਇੰਨੇ ਗੁੱਸੇ 'ਚ ਸੀ, ਕਹਿਣ ਲੱਗਾ ਜੋਤਸ਼ੀ ਨੂੰ ਵੀ ਤੇਰੀ ਭਵਿੱਖਬਾਣੀ ਝੂਠੀ ਹੋਈ ਆ। ਜਿੰਨੇ ਦਿਨ ਤੂੰ ਕਹੇ ਸੀ ਮੈਨੂੰ ਕੁਝ ਵੀ ਨਹੀਂ ਹੋਇਆ, ਉਦੋਂ ਵੀ 1-2 ਦਿਨ ਉੱਪਰ ਹੋ ਚੁੱਕੇ ਆ। ਤੇਰੀ ਭਵਿੱਖਬਾਣੀ ਝੂਠੀ ਆ। ਹੁਣ ਮੈਨੂੰ ਦੱਸ ਵੀ ਤੇਰਾ ਸਿਰ ਕਿਉਂ ਕਲਮ ਨਹੀਂ ਕਰਨਾ ਚਾਹੀਦਾ, ਵੀ ਤੈਨੂੰ ਮੈਂ ਹੁਣ ਮਾਰਾਂ ਕਿ ਛੱਡ ਦਿਆਂ। ਜੋਤਸ਼ੀ ਕਹਿਣ ਲੱਗਾ ਤੁਸੀਂ ਪਹਿਲਾਂ ਸ਼ੀਸ਼ਾ ਮੰਗਵਾਓ, ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖੋ, ਵੀ ਤੁਸੀਂ ਧਿਆਨ ਦੇ ਨਾਲ ਦੇਖੋਗੇ ਵੀ ਤੁਸੀਂ ਠੀਕ ਹੋ ਚੁੱਕੇ ਹੋ। ਰਾਜਾ ਆਪਣੇ ਆਪ ਨੂੰ ਵੇਖਿਆ ਵੀ ਪਤਲਾ ਹੋ ਚੁੱਕਿਆ ਸੀ, ਤੰਦਰੁਸਤ ਸੀਗਾ, ਹੈਰਾਨ ਹੋ ਗਿਆ। ਜੋਤਸ਼ੀ ਨੇ ਦੱਸਿਆ ਵੀ ਅਸਲ ਵਿੱਚ ਉਹ ਇੱਕ ਪੜ੍ਹਿਆ ਲਿਖਿਆ ਵੈਦ ਆ, ਕੋਈ ਜੋਤਸ਼ੀ ਨਹੀਂ। ਵੀ ਇਹ ਤਾਂ ਮੈਂ ਲਿਬਾਸ ਬਣਾਇਆ ਸੀ, ਭੇਖ ਬਣਾਇਆ ਸੀ, ਵੀ ਤੁਹਾਨੂੰ ਮੈਂ ਮੌਤ ਦਾ ਡਰ ਦਿਖਾ ਕੇ ਤੁਹਾਡੀ ਖੁਰਾਕ ਘਟਾਈ ਆ, ਇੰਜ ਤੁਹਾਡਾ ਇਲਾਜ ਕੀਤਾ। ਰਾਜਾ ਬਹੁਤ ਖੁਸ਼ ਹੋ ਗਿਆ। ਉਹਨੇ ਫਿਰ ਕੀ ਕੀਤਾ, ਐਲਾਨਿਆ ਹੋਇਆ ਇਨਾਮ ਵੀ ਉਹਨੂੰ ਦਿੱਤਾ। ਅੱਗੇ ਤੋਂ ਇਹ ਵਾਅਦਾ ਕੀਤਾ ਉਹਦੇ ਨਾਲ ਵੀ ਕਦੇ ਵੀ ਲੋੜ ਤੋਂ ਵੱਧ ਭੋਜਨ ਨਹੀਂ ਖਾਵੇਗਾ। ਇਹ ਵਾਅਦਾ ਕੀਤਾ, ਕਿਉਂਕਿ ਵੱਧ ਖੁਰਾਕ ਖਾਂਦਾ ਸੀਗਾ, ਮੋਟਾਪਾ ਹੋਈ ਜਾਂਦਾ ਸੀ। ਇਹ ਚੀਜ਼ਾਂ ਫਿਰ ਕੰਮ ਕਰਦੀਆਂ ਨੇ, ਵੀ ਕਰਮ ਜੇ ਗਲਤ ਆ ਅਤੇ ਫਲ ਵੀ ਤਾਂ ਉਹਦਾ ਗਲਤ ਹੋਵੇਗਾ ਨਾ। ਕਈ ਵਾਰੀ ਅਸੀਂ ਕਾਹਲੀ ਕਾਹਲੀ 'ਚ ਚਾਹੁੰਦੇ ਹਾਂ ਵੀ ਸਾਡਾ ਕੰਮ ਅੱਜ ਹੀ ਹੋ ਜਾਵੇ, ਪਰ ਕਾਹਲੀ ਵਿੱਚ ਕੀਤੇ ਕੰਮ ਕਈ ਵਾਰ ਕਰਨੇ ਪੈਂਦੇ ਆ, ਵਾਰ-ਵਾਰ ਕਰਨੇ ਪੈਂਦੇ ਆ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਇਸ ਤਰ੍ਹਾਂ ਤੇ ਸਾਧ ਸੰਗਤ ਨੇ ਬੇਨਤੀ ਕੀਤੀ ਸੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਜੀ ਨੂੰ, ਗੁਰੂ ਸਾਹਿਬ ਜੀ ਕਿਰਪਾ ਕਰੋ ਸਾਡੇ ਉੱਪਰ। ਸਨਾਤਨ ਮੱਤ ਵਾਲੇ ਗੀਤਾ ਦਾ ਪਾਠ ਕਰਦੇ ਆ, ਕਹਿੰਦੇ ਆ ਕਿ ਜੀਵ ਦੀ ਕਲਿਆਣ ਹੁੰਦੀ ਆ। ਆਪ ਜੀ ਕੋਈ ਇਹੋ ਜਿਹੀ ਬਾਣੀ ਰਚ ਦਿਓ ਜਿਹਦੇ ਪਾਠ ਕੀਤਿਆਂ ਜੀਆਂ ਦਾ ਕਲਿਆਣ ਹੋ ਜਾਵੇ, 24,000 ਸਵਾਸ ਸਫਲੇ ਹੋ ਜਾਣ, ਆਪ ਜੀ ਦੇ ਸਿੱਖ ਕਿਧਰੇ ਭਟਕੀ ਨਾ ਜਾਣ। ਤਾਤੇ ਰਚੋ ਏਕ ਆਦ ਬਾਨੀ, ਨਿਤ ਜਿਸ ਪੜਤ ਹੋਏ ਅਗਹਾਨੀ। ਹਿਰਦੇ ਬਸਾਵੈ ਕਮਾਵੈ ਜੋਈ, ਬਹੁਰ ਨਾ ਜਨਮ ਮਰਨ ਤਿਸ ਹੋਈ। ਆਪ ਜੀ ਮਹਾਰਾਜ ਜੀ ਕਿਰਪਾ ਕਰੋ। ਸਿੱਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਫਿਰ ਇਹ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ, ਇਹ ਬਾਣੀ ਉਚਾਰਨ ਕੀਤੀ ਆ, ਜਿਹਦੀਆਂ 24 ਅਸ਼ਟਪਦੀਆਂ ਹਨ, 24 ਸ਼ਲੋਕ ਆ, ਅਤੇ ਜਿਹਨੂੰ ਪੜ੍ਹਦਿਆਂ 24,000 ਸਵਾਸ ਸਫਲੇ ਹੋ ਜਾਂਦੇ ਆ।
ਮਹਾਰਾਜ ਜੀ ਨੇ ਰਾਮਸਰ ਦੇ ਪਵਿੱਤਰ ਸੁਹਾਵਣੇ ਰਮਣੀਕ ਮਾਹੌਲ ਵਾਲੇ ਵਾਤਾਵਰਨ ਵਿੱਚ ਬੈਠ ਕੇ ਇਹ ਬਾਣੀ ਉਚਾਰਨ ਕੀਤੀ ਹੈ। ਇਹ ਅਨਮੋਲ ਖਜ਼ਾਨਾ ਸੰਸਾਰ ਦੀ ਝੋਲੀ ਵਿੱਚ ਪਾਇਆ ਜੀ। ਗੁਰੂ ਪਿਆਰਿਓ, ਇਸ ਕਰਕੇ ਇਹ ਬਹੁਤ ਵੱਡੀ ਬਖਸ਼ਿਸ਼ ਆ ਜੋ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਦਿੱਤੀ ਆ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਅਲਪਗਤਾ ਹੈ, ਇੰਨਾ ਗਿਆਨ ਨਹੀਂ ਹੈ, ਪਰ ਗੁਰੂ ਸਾਹਿਬ ਨੇ ਰਹਿਮਤ ਕੀਤੀ ਹੈ ਸਾਡੇ 'ਤੇ, ਬਹੁਤ ਖੁਸ਼ੀਆਂ ਸਾਨੂੰ ਬਖਸ਼ੀਆਂ ਨੇ ਜੀ। ਤੇ ਬਾਕੀ ਰਹੀ ਗੱਲ ਆ ਯੁੱਗ ਦੀ, ਉਹ ਬਾਬਾ ਨੰਦ ਸਿੰਘ ਜੀ ਦੇ ਬਚਨ ਆ ਵੀ ਇਹ ਕਲਯੁੱਗ ਦਾ ਰਾਜ ਆ। ਇਹ ਯੁੱਗ ਤੇ ਕਲਯੁੱਗ ਦਾ ਰਾਜਾ, ਇਹ ਯੁੱਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੀ ਬਚਨ ਆ ਵੀ ਅਗਨੀ ਦਾ ਰਥ ਲੈ ਕੇ ਆਇਆ ਹੋਇਆ। ਜਿਹੜੇ ਰਥ ਨੂੰ ਚਲਾਉਣ ਵਾਲਾ ਕੌਣ? ਝੂਠ ਕਲਯੁੱਗ ਵਿੱਚ ਪ੍ਰਧਾਨ ਹੋਊਗਾ। ਝੂਠੇ ਬੰਦੇ ਦੀ ਤੁਸੀਂ ਵੇਖਿਓ ਬਾਹਲੀ ਚੌਧਰ ਚੱਲਦੀ ਆ। ਕਲਯੁੱਗ ਦੇ ਵਿੱਚ ਝੂਠਾ ਬੰਦਾ ਜ਼ਿਆਦਾ ਦੁਨਿਆਵੀ ਸੁੱਖ ਭੋਗੂਗਾ। ਕਲਯੁੱਗ ਰਥ ਅਗਨ ਕਾ, ਕੂੜ ਅੱਗੇ ਰਥ ਬਾਹੂ। ਝੂਠ ਇਹਨੂੰ ਚਲਾ ਰਿਹਾ, ਅਗਨੀ ਦਾ ਇਹ ਰਥ ਆ। ਸਾਹਿਬ ਜੀ ਉਪਦੇਸ਼ ਕਰ ਰਹੇ ਆ ਮਹਾਰਾਜ ਜੀ ਵੀ ਦੇਖੋ ਜੀ, ਇਹ ਯੁੱਗ ਦਾ ਰਾਜਾ ਕਲਯੁੱਗ ਆ। ਤਪ ਰਿਹਾ, ਕ੍ਰੋਧ ਆ, ਮੋਹ ਆ, ਲੋਭ ਆ, ਹੰਕਾਰ ਆ। ਅਤੇ ਤੁਹਾਨੂੰ ਇੱਕ ਸ਼ਾਂਤੀ ਦਾ ਉਪਦੇਸ਼ ਵੀ ਦਿੰਦਾ ਹੈ ਵੀ ਮੈਂ ਤੁਹਾਨੂੰ ਇੱਕ ਐਸਾ ਸਫ਼ਰ ਕੱਟਣ ਵਾਸਤੇ ਸ਼ਬਦ ਦੀ ਬੇੜੀ ਦਿੰਨਾ, ਇਹ ਬਾਣੀ ਦਾ ਜਹਾਜ਼ ਦਿੰਨਾ, ਜਿਹਦੇ ਵਿੱਚ ਬੈਠ ਕੇ ਨਾ ਤੁਹਾਨੂੰ ਦੁੱਖ ਲੱਗੇ ਅਤੇ ਨਾ ਤੁਹਾਨੂੰ ਡੁੱਬਣ ਦਾ ਡਰ ਹੋਵੇ, ਨਾ ਤੁਹਾਨੂੰ ਤਪਸ਼ ਲੱਗੇ, ਨਾ ਤੁਹਾਨੂੰ ਚਿੰਤਾ ਹੋਵੇ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ, ਕਲਯੁੱਗ ਦੇ ਰੱਥ ਵਿੱਚ, ਕਲਯੁੱਗ ਦੇ ਸਮੇਂ ਵਿੱਚ ਕਲਯੁੱਗ ਦਾ ਸੰਗ ਕਰਨ ਵਾਲੇ ਲੋਕ ਜ਼ਰੂਰ ਤਪਣਗੇ, ਜ਼ਰੂਰ ਦੁਖੀ ਹੋਣਗੇ, ਜ਼ਰੂਰ ਭੁੱਖੇ ਨੰਗੇ ਰਹਿਣਗੇ, ਕਲੇਸ਼ ਵੀ ਕਰਨਗੇ। ਫੇਰ ਕੀ ਕਰਨਾ? ਵਾਹਿਗੁਰੂ ਸ਼ਬਦ ਬਾਣੀ ਦਾ, ਗੁਰੂ ਦੀ ਬਾਣੀ, ਪਾਵਨ ਬਾਣੀ, ਇਹ ਜਹਾਜ਼ ਵਿੱਚ ਬੈਠਾ ਹੋਇਆ ਬੰਦਾ ਨਾ ਡੁੱਬਣ ਦਾ ਡਰ। ਇਹ ਵਾਹਿਗੁਰੂ ਦਾ ਨਾਮ ਦਾ ਜਹਾਜ਼ ਹੀ ਇਹੋ ਜਿਹਾ, ਨਾ ਮੌਤ ਦਾ ਭੈ, ਨਾ ਤਪਸ਼। ਤਪਤ ਮਾਹੇ ਠਾਂਡ ਵਰਤਾਈ, ਅਣਦ ਭਇਆ ਦੁੱਖ ਨਾਠੇ ਭਾਈ। ਤਪਸ਼ ਜਿੰਨੀ ਮਰਜ਼ੀ ਹੋਵੇ, ਹਿਰਦਾ ਜਿੰਨਾ ਮਰਜ਼ੀ ਦੁਖੀ ਹੋਵੇ, ਹਰੀ ਦੀ ਕਥਾ ਸੁਣੋ, ਹਰੀ ਕੀਰਤਨ ਸੁਣੋ, ਦੁਖੀ ਮਨ ਨੂੰ ਇੱਕ ਦਵਾਈ ਮਿਲ ਜੂਗੀ। ਬਾਬਾ ਨੰਦ ਸਿੰਘ ਜੀ ਕਹਿ ਰਹੇ ਆ ਕਿ ਭਾਈ ਜਿਸ ਤਰ੍ਹਾਂ ਮਕਾਨ ਕਈ ਵਾਰੀ ਡਿੱਗਦੀ ਕੰਧ ਹੋਵੇ, ਉਹਨੂੰ ਸਹਾਰਾ ਦੇ ਕੇ ਖੜਾਇਆ ਜਾਂਦਾ ਨਾ, ਦੁਖੀ ਮਨ ਨੂੰ ਵੀ ਇਹ ਗੁਰਬਾਣੀ ਆਸਰਾ ਦਿੰਦੀ ਆ। ਗੁਰੂ ਦਾ ਜਸ, ਗੁਰੂ ਦਾ ਇਤਿਹਾਸ, ਇਹ ਸੁਣ ਕੇ ਬੁਝਦਿਲ ਜਿਹਾ ਮਨ ਗਿੱਦੜਾਂ ਤੋਂ ਵੀ ਸ਼ੇਰ ਬਣ ਜਾਂਦਾ। ਬੁਝਦਿਲ ਮਨ ਵੀ ਦਿਲ ਵਾਲੇ ਹੋ ਜਾਂਦੇ ਆ, ਢਹਿੰਦੇ ਮਨ ਦੀ ਚੜ੍ਹਦੀ ਕਲਾ ਹੋ ਜਾਂਦੀ ਆ, ਡਿੱਗੇ ਹੋਏ ਜੀਵ ਆਪਣੇ ਸਟੈਂਡ 'ਤੇ ਹੋ ਜਾਂਦੇ ਆ। ਇਸ ਕਰਕੇ ਭਾਈ ਗੁਰੂ ਸਾਹਿਬ ਦੀ ਕਿਰਪਾ ਕੀਤੀ ਆ ਜ਼ਿੰਦਗੀ ਵਿੱਚ, ਜੋ ਸਾਨੂੰ ਇਹ ਦਾਤ ਬਖਸ਼ੀ ਆ ਸ੍ਰੀ ਸੁਖਮਨੀ ਸਾਹਿਬ ਦੀ, ਸਾਨੂੰ ਇਹ ਬਾਣੀ ਦਾ ਅਭਿਆਸ ਜ਼ਰੂਰ ਕਰਨਾ ਚਾਹੀਦਾ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਸਾਡੇ ਮਨ 'ਤੇ ਜ਼ੋਰ ਨਹੀਂ ਚੱਲਦਾ। ਅਸੀਂ ਗੁਰੂ ਤਾਂ ਧਾਰਨ ਕੀਤਾ ਪਰ ਮਨ ਨਹੀਂ ਮੰਨਦਾ। ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਆ, ਆਪਾਂ ਕਹਿੰਦੇ ਨਰਕਾਂ ਨੂੰ ਜਾਂਦੇ ਆ। ਪਿਆਰੀ ਸਾਧ ਸੰਗਤ ਜੀ, ਕਾਚੇ ਗੁਰੂ ਤੇ ਮੁਕਤ ਨਾ ਹੁਆ। ਯਾਦ ਰੱਖਣਾ, ਕੱਚੇ ਗੁਰੂ ਤੋਂ ਕਦੇ ਮੁਕਤੀ ਨਹੀਂ ਮਿਲ ਸਕਦੀ, ਸੱਚੇ ਗੁਰੂ ਤੋਂ ਮੁਕਤੀ ਮਿਲਣੀ ਆ। ਸੱਚੇ ਗੁਰਸਿੱਖ ਤੋਂ ਰਸਤਾ ਮਿਲਣਾ, ਸੱਚੇ ਗੁਰਸਿੱਖ ਤੋਂ ਗੁਰੂ ਦਾ ਉਪਦੇਸ਼ ਮਿਲਣਾ। ਮਨ ਮੰਨੇ ਦਾ ਮੇਲਾ, ਗੁਰੂ ਮਿਲੇ ਦਾ ਚੇਲਾ। ਮਨ ਮੰਨਿਆ ਹੈ ਇੱਥੇ ਬੈਠੇ ਹੋ, ਮਨ ਨਹੀਂ ਮੰਨਿਆ ਤੇ ਚਲੇ ਜਾਓਗੇ ਦੀਵਾਨ ਵਿੱਚੋਂ ਉੱਠ ਕੇ। ਗੁਰੂ ਮਿਲਿਆ ਹੈ, ਚੇਲਾ ਜੁੜਿਆ ਹੈ। ਉਹ ਜਿਹਾ ਤੇ ਗੁਰੂ ਦਾ ਮੇਲ ਹੋਣ ਦੇ ਨਾਲ ਚੇਲੇ ਨੂੰ ਲਾਭ ਹੋਇਆ। ਜੇ ਪੂਰਾ ਗੁਰੂ ਨਹੀਂ ਮਿਲਿਆ ਫਿਰ ਚੇਲੇ ਨੂੰ ਕੀ ਲਾਭ ਹੋਣਾ ਜੀ। ਸੇਵਕ ਨੂੰ ਕੋਈ ਸ਼ਾਂਤੀ ਮਿਲੂਗੀ, ਕੋਈ ਗਿਆਨ ਮਿਲੂਗਾ। ਮੇਰੇ ਕਹਿਣ ਤੋਂ ਭਾਵ ਇਹ ਆ ਵੀ ਪੂਰੇ ਗੁਰੂ ਦੀ ਸ਼ਰਣੀ ਆਉਣਾ ਪਵੇਗਾ, ਝੂਠਿਆਂ ਤੋਂ ਖਹਿੜਾ ਛਡਾਉਣਾ ਪਵੇਗਾ। ਇਹ ਦੁਨੀਆ ਦੇ ਕਲਿਆਣ ਵਾਸਤੇ ਪੂਰਨ ਗੁਰੂ ਅਰਜਨ ਦੇਵ ਜੀ ਨੇ ਸਰਬ ਸਾਂਝੇ ਚਾਰੇ ਵਰਨਾਂ ਵਾਸਤੇ ਬਾਣੀ ਰਚੀ ਆ। ਖੱਤਰੀ ਪੜ੍ਹ ਸਕਦੇ ਆ, ਸ਼ੂਦਰ ਪੜ੍ਹਨ, ਵੈਸ਼ ਪੜ੍ਹਨ, ਬ੍ਰਾਹਮਣ ਪੜ੍ਹਨ, ਕੋਈ ਪੜ੍ਹੇ। ਇਹ ਸੁਖਮਨੀ ਸਾਹਿਬ ਦੇ ਪਾਠ ਦੇ ਪੂਰੇ ਅੱਖਰ ਕੁੱਲ 21,624 ਆ। ਅਤੇ ਜਦੋਂ ਆਪਾਂ ਫਿਰ ਗੱਲ ਕਰਦੇ ਹਾਂ ਪੈਰਾਂ ਵਿੱਚ ਜਿਹੜੇ ਅੱਖਰ ਹਨ, ਜਿਵੇਂ ਕਿ ਪ੍ਰਭ ਦੇ ਪੈਰ 'ਚ ਰਾਰਾ ਹੈ, ਪੱਪੇ ਦੇ ਪੈਰ ਦੇ ਵਿੱਚ, ਤਾਂ ਇਹ 2373 ਅੱਖਰ ਪੈਰਾਂ ਵਿੱਚ ਆ। 2373 ਸਾਧ ਸੰਗਤ ਜੀ। ਜਿਵੇਂ ਪ੍ਰਭ ਕੈ ਸਿਮਰਨ ਗਰਭ ਨਾ ਬਸੈ,
ਤੇ ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿੱਚ ਜਿਹੜਾ ਰਾਰਾ ਹੈ, ਇਸ ਤਰ੍ਹਾਂ ਅੱਖਰਾਂ ਦਾ ਜਿਹੜਾ ਜੋੜ ਆ ਉਹ 23,997 ਬਣਦਾ। 13ਵੀਂ ਅਸ਼ਟਪਦੀ ਦੀ ਦੂਜੀ ਪੌੜੀ ਵਿੱਚ 3 ਅੱਖਰ ਵਧਾਏ ਆ। ਸਾਰੀ ਪੌੜੀ ਵਿੱਚ ਸੰਤ ਸ਼ਬਦ ਆਇਆ, ਪਰ 3 ਪੰਕਤੀਆਂ ਹਨ ਜਿਨ੍ਹਾਂ ਵਿੱਚ ਸੰਤਨ ਸ਼ਬਦ ਆ। ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਣ ਪਾਏ। ਇਹਨਾਂ 3 ਪੰਕਤੀਆਂ ਵਿੱਚ ਸੰਤ ਦੀ ਬਜਾਏ ਸੰਤਨ ਲਿਖ ਕੇ 3 ਨੰਨੇ ਵਧਾ ਕੇ ਇਹ 24,000 ਅੱਖਰ ਪੂਰੇ ਕੀਤੇ ਹੋਏ ਆ। ਇਹਦਾ ਭਾਵ ਇਹ ਆ, ਚਾਹੇ ਜੋਗੀ ਇਹ ਬਾਣੀ ਨੂੰ ਪੜ੍ਹਨ, ਚਾਹੇ ਆਮ ਗ੍ਰਸਥੀ, ਸਾਰਿਆਂ ਦੇ ਸਵਾਸ ਸਫਲੇ ਹੋਣਗੇ। ਕਲਯੁਗੀ ਜੀਵਾਂ ਲਈ ਕਿਰਪਾ ਕੀਤੀ ਹੋਈ ਆ, ਜੋਗੀਆਂ ਲਈ ਵੀ ਇਹ। ਜੇ ਕੋਈ ਸਾਸ ਗਰਾਸ ਦੀ ਅਵਸਥਾ 'ਤੇ ਨਹੀਂ ਵੀ ਪਹੁੰਚਿਆ, ਇੱਕ ਪਾਠ ਸੁਖਮਣੀ ਸਾਹਿਬ ਦੀ ਸ਼ਰਧਾ ਭਾਵਨਾ ਨਾਲ ਕਰ ਲਵੇਗਾ, ਬਾਬਾ ਨੰਦ ਸਿੰਘ ਜੀ ਕਹਿੰਦੇ ਭਾਈ ਉਹਦੇ 24,000 ਸਵਾਸ ਸਫਲੇ ਹੋ ਜਾਣਗੇ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਬੜੀ ਇਹਦੀ ਸੋਭਾ ਹੋਈ ਹੈ। ਪ੍ਰਾਂਤ ਸਮੇਂ ਇੱਕ ਮਨ ਕਰ ਪਾਠ, ਵੀ ਭਾਵ ਇੱਕ ਪਾਠ ਵੀ ਅੰਮ੍ਰਿਤ ਵੇਲੇ ਮਨ ਕਰਕੇ ਕਰ ਲਵੋ। ਮਿਟੇ ਪਾਪ ਕਿਰਤ ਜਾਮ ਜੋ 8, 8 ਪਹਿਰਾਂ ਦੇ ਪਾਪ ਧੋਤੇ ਜਾਣਗੇ। ਜਨਮ ਮਰਨ ਤਿਨ ਕੋ ਕਟ ਜਾਏ, ਪਾਠ ਪ੍ਰਭ ਚਰਨਨ ਰਹੇ ਸਮਾਏ। ਇਹ ਸੁਖਮਣੀ ਸਾਹਿਬ ਦੀ ਬਾਣੀ ਦੀ ਮਹਾਨਤਾ ਵੀ ਜੇ ਕੋਈ ਸ਼ਰਧਾ ਨਾਲ ਇਹਨੂੰ ਪੜ੍ਹੇਗਾ ਨਾ ਤੇ 24,000 ਸਵਾਸ ਉਹਦੇ ਸਫਲ ਹੋ ਜਾਣਗੇ। ਏਡੀ ਕਿਰਪਾ ਹੋ ਜਾਵੇਗੀ। ਹੁਣ ਇੱਥੇ ਮੈਂ ਇੱਕ ਗੱਲ ਕਹਿ ਦਿਆਂ, ਕਈ ਵਾਰੀ ਜਿਨ੍ਹਾਂ ਦੀ ਉੱਚੀ ਅਵਸਥਾ ਬਣ ਜਾਂਦੀ ਆ ਉਹ ਕਹਿ ਦਿੰਦੇ ਆ ਹੁਣ ਅਸੀਂ ਸਵਾਸ ਸਵਾਸ ਸਿਮਰਨ ਕਰਦੇ ਹਾਂ ਜੀ, ਸਾਨੂੰ ਹੁਣ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਨ ਦੀ ਲੋੜ ਨਹੀਂ। ਇਹ ਤਾਂ ਮਹਾਂਪੁਰਖ ਜਾਣਨ ਵੀ ਇਹ ਗੱਲ ਵਿੱਚ ਕਿੰਨੀ ਡੂੰਘਾਈ ਆ, ਗਹਿਰਾਈ ਆ। ਪਰ ਬੜੇ ਬੜੇ ਮਹਾਂਪੁਰਸ਼ ਦੇਖੇ ਆ ਜਿਨ੍ਹਾਂ ਦੀ ਸਵਾਸ ਸਵਾਸ ਨਾਮ ਜਪਣ ਦੀ ਅਵਸਥਾ ਸੀ। ਸੱਚੇ ਮਹਾਂਪੁਰਖ, ਝੂਠਿਆਂ ਦੀ ਗੱਲ ਕੀ ਕਰਨੀ, ਝੂਠੇ ਤਾਂ ਬਹੁਤ ਬਣੇ ਫਿਰਦੇ ਆ, ਪਰ ਸੱਚੇ ਮਹਾਂਪੁਰਖਾਂ ਨੇ ਸਿਮਰਨ ਦੇ ਨਾਲ ਸੁਖਮਣੀ ਸਾਹਿਬ ਦਾ ਲੜ ਨਹੀਂ ਛੱਡਿਆ। ਇਹ ਆਪਾਂ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਇਸ ਕਰਕੇ ਭਾਈ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ। ਬਾਬਾ ਨੰਦ ਸਿੰਘ ਜੀ ਰੋਜ਼ ਦੇ 5 ਪਾਠ, ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਮਹਾਨ ਬਾਣੀ ਇੱਕ ਸੇਵਕ ਤੋਂ ਸੁਣਿਆ ਕਰਦੇ ਸੀ। ਇੰਨਾ ਹੀ ਨਹੀਂ, ਇਹਨਾਂ ਮਹਾਂਪੁਰਖਾਂ ਦੇ ਹੋਰ ਨਿਤਨੇਮ ਨਹੀਂ ਸੀਗੇ ਜਾਂ ਸਵਾਸ ਸਵਾਸ ਜੇ ਨਾਮ ਨਹੀਂ ਸੀ ਜਪਦੇ। ਹੁਣ ਗੱਲ ਆਪਾਂ ਕਰੀਏ, ਸਭ ਕੁਝ ਕਰਦੇ ਸੀ, ਨਿਤਨੇਮ ਵੀ ਬਹੁਤ ਕਰਦੇ ਸੀ, ਪਰ ਸੁਖਮਣੀ ਸਾਹਿਬ ਦੀ ਬਾਣੀ ਦਾ ਲੜ ਨਹੀਂ ਸੀ ਇਹਨਾਂ ਨੇ ਛੱਡਿਆ। ਇਹ ਚੀਜ਼ਾਂ ਭਾਈ ਸਾਨੂੰ ਸਿੱਖਣੀਆਂ ਪੈਣਗੀਆਂ। ਮਹਾਂਪੁਰਖ ਨਿਤਨੇਮ ਵੀ ਕਰਦੇ ਆ, ਸੁਖਮਣੀ ਸਾਹਿਬ ਵੀ ਕਰਦੇ ਆ, ਤਾਂ ਇਹ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਆ। ਸਵਾਸ ਸਵਾਸ ਜੇ ਅਵਸਥਾ ਨਹੀਂ ਬਣੀ, ਸੁਖਮਣੀ ਸਾਹਿਬ ਦਾ ਸ਼ਰਧਾ ਨਾਲ ਪਾਠ ਕਰੋ। 8 ਪਹਿਰਾਂ ਦੇ 24,000 ਸਵਾਸ ਸਮਝੋ ਸਫਲ ਹੋ ਜਾਣਗੇ। ਸਵਾਸ ਸਵਾਸ ਅਵਸਥਾ ਵੀ ਬਣ ਗਈ ਆ ਜੀ, ਸੁਖਮਣੀ ਸਾਹਿਬ ਦਾ ਲੜ ਨਹੀਂ ਛੱਡਣਾ, ਕਿਉਂਕਿ ਇਹ ਜੇ ਲੜ ਅਸੀਂ ਛੱਡ ਦਿੱਤਾ ਤੇ ਅਸੀਂ ਤਾਂ ਡੁੱਬ ਜਾਵਾਂਗੇ, ਜਿਵੇਂ ਕਈ ਲੋਕ ਡੁੱਬ ਚੁੱਕੇ ਆ। ਹਮ ਦੇਖਾ ਤਹਿ ਡੂਬਿ ਅਲੇ, ਇਹ ਸੁਖਮਣੀ ਸਾਹਿਬ ਦੀ ਵਿਸ਼ੇਸ਼ਤਾ ਹੀ ਆ ਵੀ ਇਹ ਜੇ ਸੁਣਨ ਤੋਂ ਬਾਅਦ ਵਿਚਾਰਾਂ, ਜੇ ਕੋਈ ਵੀਰ ਭੈਣ ਬਜ਼ੁਰਗ ਇੱਕ ਪਾਠ ਵੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਨੇਮ ਨੂੰ ਬਣਾ ਲਵੇਗਾ ਵੀ ਰੋਜ਼ ਕਰਨਾ ਹੀ ਕਰਨਾ, ਸਮਝ ਲਿਆ ਜਾਵੇਗਾ ਇਹ ਵਿਚਾਰ ਕੀਤੀ ਸਫਲ ਹੋ ਗਈ। ਇਸ ਕਰਕੇ ਜਿਵੇਂ ਭਾਈ ਵੀਰ ਸਿੰਘ ਜੀ ਨੇ ਕਿਹਾ ਨਾ ਕਿ ਕੀੜਾ ਚੜ੍ਹਦਾ ਹੈ ਡਿੱਗ ਪੈਂਦਾ, ਤੇ ਸਾਨੂੰ ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਆ। ਤਾਂ ਇਹ ਜਿਹੜੀ ਅਵਸਥਾ ਹੈ ਮਹਾਂਪੁਰਖਾਂ ਦੀ, ਸੰਤ ਸੰਗਤ ਸਿੰਘ ਜੀ ਕਮਾਲਪੁਰ ਵਾਲੇ ਰੋਜ਼ ਦੇ 5 ਪਾਠ ਸੁਖਮਣੀ ਸਾਹਿਬ ਜੀ ਮੁੱਖ ਤੋਂ ਕਰਦੇ ਹੁੰਦੇ ਸੀ। ਸੰਗਤਾਂ ਕੋਲੋਂ ਵੀ ਲੱਖਾਂ ਪਾਠ ਸੁਖਮਣੀ ਸਾਹਿਬ ਦੇ ਕਰਵਾਏ। ਇੱਦਾਂ ਹੀ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਇੱਦਾਂ ਹੀ ਨੂਰਪੁਰ ਨਿਵਾਸੀ ਸੰਤ ਗੁਲਾਬ ਸਿੰਘ ਜੀ, ਸੰਤ ਜਵਾਹਰ ਸਿੰਘ ਜੀ, ਸੰਤ ਨੇਚਲ ਸਿੰਘ ਜੀ ਜਮਨਾ ਨਗਰ ਵਾਲੇ 2 ਪਾਠ ਰੋਜ਼ ਕਰਦੇ ਹੁੰਦੇ ਸੀ ਜਾਂ ਸੁਣਦੇ ਸੀ। ਸਾਨੂੰ ਵੀ ਦੇਖੋ ਮਹਾਂਪੁਰਖ ਕਿੱਡੀ ਕਮਾਈ ਵਾਲੇ ਆ, ਤੇ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਵਾਸ ਸਵਾਸ ਦੀ ਬੜੀ ਅਵਸਥਾ ਦੇ ਮਾਲਕ ਸੀਗੇ, ਪਰ ਰੋਜ਼ 5 ਗ੍ਰੰਥੀ ਦਾ ਨਿਤਨੇਮ ਕਰਦੇ, ਨਾਲ ਸੁਖਮਣੀ ਸਾਹਿਬ ਦਾ ਨੇਮ ਉਹਨਾਂ ਨੇ ਛੱਡਿਆ ਨਹੀਂ। ਸੁਖਮਣੀ ਸਾਹਿਬ ਦਾ ਪਾਠ ਕਰਕੇ ਨੇਮ ਭੁਗਤਾ ਕੇ ਆਰਾਮ ਦੇ ਵਿੱਚ ਹੁੰਦੇ ਸੀ। ਤਾਂ ਮਹਾਂਪੁਰਖ ਤਾਂ ਬਹੁਤ ਨੇ, ਕਈਆਂ ਦਾ ਨਾਮ ਲਿਆ ਜਾ ਸਕਦਾ, ਪਰ ਉਹ ਸਮਾਂ ਨਹੀਂ ਇਜਾਜ਼ਤ ਦਿੰਦਾ। ਗੁਰੂ ਮਹਾਰਾਜ ਕਿਰਪਾ ਕਰਨ। ਅੱਜ ਦੇ ਦੀਵਾਨ ਵਿੱਚ ਇੰਨੀਆਂ ਹੀ ਬੇਨਤੀਆਂ। ਗੁਰੂ ਸਾਹਿਬ ਜੀ ਕਿਰਪਾ ਕਰਨੀ, ਸਾਡੀ ਝੋਲੀ ਵਿੱਚ ਵੀ ਇਹ ਦਾਤ ਪਾ ਦੇਣੀ। ਕਲਯੁਗ ਤੋਂ ਰਾਖੀ ਲਈ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ
ਇੱਕ ਮਜ਼ਬੂਤ ਕਿਲਾ ਹੈ। ਬਾਕੀ ਅਗਲੇ ਦੀਵਾਨ ਵਿੱਚ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।